Audio Jungle. ਮੇਰੇ ਵੱਲੋਂ ਸਾਰੇ ਭੈਣ ਭਾਈਆਂ ਨੂੰ ਸਲਾਮ ਹੋਵੇ। ਜਾਤਕਾਂ, ਬਜ਼ੁਰਗਾਂ ਤੇ ਮਾਈਆਂ ਨੂੰ ਸਲਾਮ ਹੋਵੇ। ਅੱਜ ਦੀ ਗੱਲ ਦੇ ਨਾਲ ਨਾਸਿਰ ਜਮੀਲ ਹਾਜ਼ਰ ਖਿਦਮਤ ਹੈ ਔਰ ਅੱਜ ਦੀ ਗੱਲ ਜਿਹੜੀ ਹੈ ਉਹ ਅਸੀਂ ਪਾਕਿਸਤਾਨੀ ਮਾਈਨੋਰਿਟੀਜ਼ ਦੀ ਜਿਹੜੀ ਸਿਆਸੀ ਸੂਰਤ ਹਾਲ ਹੈ ਉਹਦੇ ਬਾਰੇ ਕਰ ਰਹੇ ਹਾਂ। ਸਿਆਸੀ ਸੂਰਤ ਹਾਲ ਤੋਂ ਮੁਰਾਦ ਹਰਗਿਜ਼ ਇਹ ਗੱਲ ਨਹੀਂ ਹੈ ਕਿ ਅਸੀਂ ਉਹਨਾਂ ਦੀਆਂ ਸੀਟਾਂ ਦੇ ਬਾਰੇ ਗੱਲ ਕਰ ਰਹੇ ਹਾਂ ਜਾਂ ਉਹਨਾਂ ਦੇ ਇੰਤਖਾਬਾਤ ਦੇ ਬਾਰੇ ਗੱਲ ਕਰ ਰਹੇ ਹਾਂ, ਪਰ ਅਸੀਂ ਗੱਲ ਕਰਦੇ ਪਏ ਹਾਂ ਅੱਜ ਇਸ ਬਾਰੇ ਜਿਹੜੀ ਪਾਕਿਸਤਾਨੀ ਮਾਈਨੋਰਿਟੀਜ਼ ਨੇ ਔਰ ਪਾਕਿਸਤਾਨ ਦੀਆਂ ਜਿਹੜੀਆਂ ਅਕਲੀਅਤਾਂ ਨੇ ਸਿਆਸਤ ਦੇ ਵਿੱਚ ਪਿੱਛੇ ਰਹਿ ਜਾਣ ਦੀ ਵਜੂਹਾਤ ਕੀ ਨੇ। ਕੁਝ ਵਜੂਹਾਤ ਤਾਂ ਐਸੀਆਂ ਨੇ ਜਿਹੜੀਆਂ ਇਹਨਾਂ ਦੇ ਉੱਤੇ ਲਾਗੂ ਕੀਤੀਆਂ ਗਈਆਂ, ਜਿਵੇਂ ਮਿਸਾਲ ਦੇ ਤੌਰ ਤੇ ਕੁਝ ਐਸੇ ਕਵਾਨੀਨ ਨੇ ਜਿਨ੍ਹਾਂ ਦੇ ਤਹਿਤ ਅਸੀਂ ਪਾਕਿਸਤਾਨ ਦੇ ਵਿੱਚ ਸਦਰ, ਵਜ਼ੀਰ ਆਜ਼ਮ ਜਾਂ ਕੋਈ ਵੀ ਜਿਹੜੀ ਕੀ ਪੋਸਟ ਹੈ ਉਹਦੇ ਤੱਕ ਨਹੀਂ ਅੱਪੜ ਸਕਦੇ। ਅੱਛਾ, ਇਹ ਉਹ ਚੀਜ਼ਾਂ ਨੇ ਜਿਹੜੀਆਂ ਆਇਨ ਦੇ 'ਚ ਲਿਖ ਦਿੱਤੀਆਂ ਗਈਆਂ, ਲੇਕਿਨ ਮੈਂ ਸੋਚਦਾ ਹਾਂ ਕਿ ਉਹਦੇ ਵਿੱਚ ਜਦੋਂ ਆਇਨ 'ਚ ਲਿਖੀਆਂ ਜਾ ਰਹੀਆਂ ਸਨ ਤੇ ਉਦੋਂ ਅਕਲੀਅਤਾਂ ਨੇ ਕੀ ਕੀਤਾ। ਉਦੋਂ ਤੇ ਅਕਲੀਅਤਾਂ ਨੇ ਕੋਈ ਐਸਾ ਆਪਣਾ ਰੋਲ ਪਲੇ ਨਹੀਂ ਕੀਤਾ ਹੈ, ਆਪਣੇ ਕੋਈ ਇhtਜਾਜ ਐਸਾ ਕੋਈ ਕਾਬਲੇ ਜ਼ਿਕਰ ਹੋ ਸਕਦਾ ਕੋਈ ਛੋਟੇ ਮੋਟੇ ਇੱਕ ਜ਼ਾਤੀ ਹੈਸੀਅਤ 'ਚ ਕੀਤੇ ਹੋਣ ਜਾਂ ਛੋਟੇ ਮੋਟੇ ਕਿਸੇ ਗਰੁੱਪ ਦੀ ਹੈਸੀਅਤ 'ਚ ਕੀਤੇ ਗਏ ਹੋਣ, ਪਰ ਉਦੋਂ ਤੇ ਅਸੀਂ ਕੁਛ ਨਾ ਕੀਤਾ। ਜਿਹੜੀ ਪਾਕਿਸਤਾਨ ਦੇ ਵਿੱਚ ਮਸੀਹਾਂ ਦੀ ਸਿਆਸਤ ਹੈ 1947 ਤੋਂ ਬਾਅਦ, ਅਸੀਂ SP ਸਿੰਘਾਂ ਤੋਂ ਸ਼ੁਰੂ ਕਰਦੇ ਹਾਂ। ਜੋਸ਼ਵਾ ਫਜ਼ਲਦੀਨ ਵਗੈਰਾ ਜਿਹੜੇ ਨੇ ਅਸੀਂ ਉਹਨਾਂ ਦਾ ਜ਼ਿਕਰ ਕਰਦੇ ਰਹਿੰਦੇ ਹਾਂ। ਨੋ ਡਾਊਟ ਉਹਨਾਂ ਨੇ ਬੜਾ ਅੱਛਾ ਕੰਮ ਕੀਤਾ, ਔਰ ਜਿਵੇਂ ਮੈਂ ਅਕਸਰ ਆਖਦਾ ਹਾਂ ਉਹ ਵੇਲਾ ਪ੍ਰਧਾਨ ਹੁੰਦਾ ਕਿ ਉਸ ਵੇਲੇ ਦੀ ਲੋੜ ਕੀ ਹੈ। ਮੈਂ ਸਮਝਦਾ ਕਿ ਅਕਲੀਅਤਾਂ ਨਾਲ ਪਾਕਿਸਤਾਨ ਦੇ ਵਿੱਚ 1947 ਤੋਂ ਲੈ ਕੇ ਅੱਜ ਤੱਕ ਕਹਾਣੀ ਮੰਡੀ ਹੁੰਦੀ ਰਹੀ ਹੈ। ਸਾਰੀ ਨੇਤਾਗਿਰੀ ਹੈ ਇਹਦੇ ਵਿੱਚ ਪਿੱਛੇ ਰਹਿਣ ਦੀ ਵਜ੍ਹਾ ਕੀ ਹੈ? ਉਹਦੀ ਇੱਕ ਵੱਡੀ ਵਜ੍ਹਾ ਇਹ ਹੈ ਕਿ ਅਕਲੀਅਤਾਂ ਨੇ ਕਦੀ ਰਲ ਕੇ ਕਦੀ ਇਕਮੁੱਠ ਹੋ ਕੇ ਜ਼ੋਰ ਨਹੀਂ ਲਾਇਆ, ਔਰ ਫਿਰ ਜਿਹੜੀਆਂ ਇਹ ਜਮਾਤਾਂ ਬਣਾਉਂਦੇ ਰਹੇ ਨੇ ਜਾਂ ਤੇ ਅਦਾਰਿਆਂ ਦੀ ਛਤਰ ਛਾਇਆ ਥੱਲੇ ਜਿਹੜਾ ਹੈ ਪ੍ਰਵਾਨ ਚੜੀਆਂ ਨੇ ਵੱਡੀਆਂ ਹੋਈਆਂ ਨੇ, ਜਾਂ ਫਿਰ ਇਹਨਾਂ ਨੂੰ ਬੈਰੂਨੀ ਇਮਦਾਦ ਹੈ ਉਹਦਾ ਪਾਣੀ ਲੱਗਦਾ ਰਿਹਾ ਤੇ ਤਾਂ ਜਾ ਕੇ ਤੇ ਇਹਨਾਂ ਨੇ ਆਪਣਾ ਮੂੰਹ ਸਿਰ ਜਿਹੜਾ ਹੈ ਉਹ ਸਿੱਧਾ ਕੀਤਾ ਹੈ। ਖਾ ਉਹਦੇ 'ਚ ਅਕਲੀਅਤਾਂ ਨੇ ਖਾ ਅਕਸਰੀਅਤਾਂ ਨੇ, ਉਹਨਾਂ ਦਾ ਇੱਕੋ ਜਿਹਾ ਹੀ ਹਾਲ ਹੈ। ਲੇਕਿਨ ਉਹਦੇ ਬਾਅਦ ਵੀ ਇਹਨਾਂ ਨੇ ਆਪਣਾ ਵਤੀਰਾ ਨਹੀਂ ਬਦਲਿਆ, ਇਹਨਾਂ ਨੇ ਆਪਣੇ ਆਪ ਨੂੰ ਅੱਗੇ ਨਹੀਂ ਲਿਆਂਦਾ। ਔਰ ਕੀ ਕੀਤਾ? ਵਨ ਮੈਨ ਜਿਹੜਾ ਸ਼ੋਅ ਸੀ ਉਹੀ ਚੱਲਦਾ ਰਿਹਾ, ਔਰ ਇੱਕ ਬੰਦਾ ਜਿਹੜਾ ਹੈ ਉਹ ਆਪਣੀ ਕੋਈ ਛੋਟੀ ਮੋਟੀ ਜਮਾਤ ਦਾ ਨਾਂ ਰੱਖ ਕੇ ਤੇ ਲੋਕਾਂ ਨੂੰ ਇਕੱਠਾ ਕਰ ਲੈਂਦਾ ਸੀ ਆਪਣੇ ਅੰਬਰੇਲਾ ਥੱਲੇ। ਔਰ ਜਦੋਂ ਬੰਦਾ ਇੱਧਰ ਉੱਧਰ ਹੋ ਜਾਂਦਾ ਸੀ, ਤਾਕਤ 'ਚ ਨਹੀਂ ਸੀ ਰਹਿੰਦਾ, ਪਿੱਛੇ ਹਟ ਜਾਂਦਾ ਸੀ, ਜਾਂ MP MN ਨਹੀਂ ਸੀ ਰਹਿੰਦਾ, ਜਾਂ ਮੈਂਬਰ ਪਾਰਲੀਮੈਂਟ ਨਹੀਂ ਸੀ ਰਹਿੰਦਾ, ਜਾਂ ਕੋਈ ਉਹਦੇ ਕੋਲ ਇਖਤਿਆਰ ਨਹੀਂ ਸੀ ਰਹਿੰਦਾ, ਤੇ ਨਾਲ ਹੀ ਉਹ ਜਮਾਤ ਔਰ ਜਮਾਤ ਦੇ ਜਿਹੜੇ ਲੋਕ ਨੇ ਉਹ ਵੀ ਜਿਹੜੇ ਸਨ ਖੇਰੂ ਹੋ ਜਾਂਦੇ ਸਨ। ਅਸਲ 'ਚ ਗੱਲ ਇਹ ਕਿ ਕਿਸੇ ਨੇ ਵੀ ਆਪਣੇ ਤੋਂ ਬਾਅਦ ਆਉਣ ਵਾਲੀ ਲੀਡਰਸ਼ਿਪ ਨਹੀਂ ਤਿਆਰ ਕੀਤੀ। ਜਦੋਂ ਤੱਕ ਕੋਈ ਕਬਰ 'ਚ ਲੈ ਨਹੀਂ ਗਿਆ ਉਹਨੇ ਕਿਹਾ ਕਿ ਮੈਂ ਹੀ ਸਭ ਕੁਛ ਹਾਂ, ਔਰ ਇਹੀ ਵਜ੍ਹਾ ਹੈ ਕਿ ਅਸੀਂ ਅੱਗੇ ਨਹੀਂ ਵੱਧ ਪਾ ਰਹੇ। ਇਹ ਜਿਹੜੀ ਹੈ ਨਾ ਸਿਰਫ ਸਿਆਸਤ ਦੇ ਵਿੱਚ ਬਲਕਿ ਬਾਕੀ ਜਿਹੜੇ ਜ਼ਿੰਦਗੀ ਦੇ ਸ਼ੋਬੇ ਨੇ ਉਹਨਾਂ ਦੇ ਵਿੱਚ ਵੀ ਸਾਡਾ ਇਹੋ ਹੀ ਹਾਲ ਰਿਹਾ ਹੈ। ਇਸ ਤਰ੍ਹਾਂ ਇੱਕ ਬੜਾ ਵੱਡਾ ਉਹਦੇ ਬਾਅਦ ਨਾਂ ਆਇਆ ਜੇ ਸਾਲਕ ਸਾਹਿਬ ਦਾ, ਉਹਨਾਂ ਨੇ ਵੀ ਵਨ ਮੈਨ ਸ਼ੋਅ ਦਾ ਹੀ ਹਮੇਸ਼ਾ ਕੰਮ ਕੀਤਾ ਔਰ ਆਪਣੇ ਆਪ ਨੂੰ ਹੀ ਅੱਗੇ ਰੱਖਿਆ। ਇਸ ਪਾਰੋਂ ਫਿਰ ਜਿਹੜੀ ਉਹਨਾਂ ਦੀ ਸੈਕੰਡ ਲਾਈਨ ਲੀਡਰਸ਼ਿਪ ਦੇ ਵਿੱਚ ਕੋਈ ਬੰਦਾ ਹੀ ਨਹੀਂ ਸੀ, ਇਸ ਕਰਕੇ ਅੱਗੇ ਕੋਈ ਨਹੀਂ। ਸ਼ਹਬਾਜ਼ ਭੱਟੀ ਸਾਹਿਬ ਨੇ ਆ ਕੇ ਥੋੜ੍ਹਾ ਜਿਹਾ ਕੀਤਾ, ਲੇਕਿਨ ਉਹ ਵੀ ਜਦੋਂ ਤੱਕ ਸ਼ਹਬਾਜ਼ ਭੱਟੀ ਸਾਹਿਬ ਆਪ ਰਹੇ ਉਹਨਾਂ ਨੇ ਆਪਣੇ ਜਿਹੜੇ ਦੋਸਤ ਸਨ ਉਹਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਵੀ ਇਸ ਤਰ੍ਹਾਂ ਦਾ ਇਖਤਿਆਰ ਨਾ ਦਿੱਤਾ, ਔਰ ਕਿਉਂ ਜੋ ਕੋਈ ਇੱਕ ਦੂਸਰੇ ਨੂੰ ਮੰਨਣ ਵਾਸਤੇ ਤਿਆਰ ਨਹੀਂ ਹੁੰਦਾ। ਅੱਜ ਕੱਲ੍ਹ ਵੀ ਅਸੀਂ ਵੇਖ ਰਹੇ ਹਾਂ ਮੁਖਤਲਿਫ ਜਮਾਤਾਂ ਦੇ ਵਿੱਚ ਜਿਹੜੇ ਸਾਡੇ ਅਕਲੀਤੀ ਵਿੰਗ ਨੇ ਉਹ ਆਪਣੀ ਆਪਣੀ ਥਾਂ ਦੇ ਉੱਤੇ ਛੋਟੇ ਛੋਟੇ ਟੋਟਿਆਂ ਦੇ ਵਿੱਚ ਔਰ ਇੱਕ ਦੂਜੇ ਨੂੰ ਨਹੀਂ ਮੰਨਦੇ। ਮਿਸਾਲ ਤੌਰ 'ਤੇ ਕ੍ਰਿਸਚਨ ਦੇ ਜਿੰਨੇ ਵੀ ਵਿੰਗਸ ਨੇ, ਮੈਂ ਉਹਨਾਂ ਨੂੰ ਜਿਨ੍ਹਾਂ ਨੂੰ ਜੀਆਂ ਨੂੰ ਜਾਣਨਾ ਵਾ, ਹਰ ਇੱਕ ਜਮਾਤ ਦੇ ਵਿੱਚ ਜਿਹੜੇ ਮਸੀਹੀ ਨੇ ਉਹਨਾਂ ਦੇ ਆਪਣੇ ਆਪਣੇ ਕਿਸੇ ਅਗਰ ਕੋਈ PTI ਦਾ, ਮੁਸਲਿਮ ਲੀਗ ਦਾ, ਪੀਪਲਸ ਪਾਰਟੀ ਦਾ, ਕੀ ਕਿਸੇ ਹੋਰ ਜਮਾਤ ਦਾ, ਤਾਂ ਉਹਨਾਂ ਦੇ ਉਹ ਵਿੰਗਸ ਨੇ, ਅਕਲੀਤੀ ਵਿੰਗਸ ਨੇ, ਉਹਨਾਂ ਦੇ ਵਿੱਚ ਉਹ ਹੈ ਨੇ, ਲੇਕਿਨ ਉਹਨਾਂ ਦੇ ਥੱਲੇ ਵੀ ਆਪਸ 'ਚ ਵੀ ਬਹੁਤ ਜ਼ਿਆਦਾ ਸਿਆਸਤ ਔਰ ਧੜੇਬੰਦੀਆਂ ਨੇ, ਜਿਹਦੇ ਕਰਕੇ ਕੋਈ ਇੱਕ ਜ਼ੋਰ ਲਾ ਕੇ ਤਾਂ ਕੋਈ ਗੱਲ ਨਹੀਂ ਬਣਦੀ ਪਈ। ਔਰ ਇਹਦਾ ਇੱਕ ਹੋਰ ਵੀ ਤਰੀਕਾ ਹੈ ਕਿ ਅਸੀਂ ਆਪਣੇ ਤੋਂ ਬਾਅਦ ਆਉਣ ਵਾਲੀ ਜਿਹੜੀ ਲੀਡਰਸ਼ਿਪ ਹੈ ਉਹਨੂੰ ਤਿਆਰ ਕਰੀਏ। ਕਿਸ ਤਰ੍ਹਾਂ ਤਿਆਰ ਕਰੀਏ? ਥੋੜ੍ਹੀ ਜਿਹੀ ਤਬਦੀਲੀ ਆ ਵੀ ਰਹੀ ਹੈ, ਮੈਨੂੰ ਬੜੀ ਖੁਸ਼ੀ ਹੋਈ। PCCI ਪਾਕਿਸਤਾਨ ਕ੍ਰਿਸਚਨ ਕੰਸਰਨ ਇੰਟਰਨੈਸ਼ਨਲ ਇੱਕ ਛੋਟੀ ਜਿਹੀ ਜਮਾਤ ਹੈ, ਬੇਸਿਕਲੀ ਤਾਂ ਉਹ ਪੂਰੀ ਦੁਨੀਆ ਦੇ ਵਿੱਚ ਹੈ ਔਰ ਉਹਨਾਂ ਦੀ ਨੁਮਾਇੰਦਗੀ ਪੂਰੀ ਦੁਨੀਆ ਦੇ ਵਿੱਚ ਹੈ। ਜਰਮਨੀ 'ਚ, ਹਾਲੈਂਡ 'ਚ, ਅਮਰੀਕਾ 'ਚ, ਬਰਤਾਨੀਆ 'ਚ, ਪਾਕਿਸਤਾਨ ਦੇ ਵਿੱਚ, ਦੁਨੀਆ ਦੇ ਹਰ ਉਸ ਮੁਲਕ ਦੇ ਵਿੱਚ ਜਿਹਨੂੰ ਅਸੀਂ ਤਾਕਤਵਰ ਮੁਲਕ ਸਮਝਦੇ ਹਾਂ ਉਹਦੇ 'ਚ ਉਹਨਾਂ ਦੀ ਹੁਣ ਨੁਮਾਇੰਦਗੀ ਮੌਜੂਦ ਹੈ। ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਬੜੀ ਖੂਬਸੂਰਤ ਮਿਸਾਲ ਕਾਇਮ ਕੀਤੀ ਹੈ। ਮੈਂ ਚਾਹੁੰਦਾ ਕਿ ਤੁਸੀਂ ਉਸ ਮਿਸਾਲ ਨੂੰ ਵੇਖੋ। ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਆਪਣੇ ਚੇਅਰਮੈਨ ਨੂੰ ਚੇਂਜ ਕੀਤਾ ਹੈ, ਔਰ ਮਜ਼ੇ ਦੀ ਗੱਲ ਇਹ ਹੈ ਕਿ ਉਹਨਾਂ ਦੇ ਜਿਹੜੇ ਚੇਅਰਮੈਨ ਸਾਹਿਬ ਨੇ ਜਨਾਬ ਸਟੀਫਨ ਆਸਫ ਸਾਹਿਬ ਜਿਹੜੇ ਨੇ ਉਹ ਸਾਬਕਾ MPA ਨੇ ਔਰ ਉਹ ਕਰਾਚੀ ਤੋਂ ਨੇ, ਲੇਕਿਨ ਅੱਜ ਕੱਲ੍ਹ ਬਰਤਾਨੀਆ 'ਚ ਹੁੰਦੇ ਨੇ। ਗੁਨਾਗੂ ਜਿਹੜੀਆਂ ਮਸਰੂਫੀਆਤ ਨੇ ਜਾਂ ਕਿਸੇ ਵੀ ਵਜ੍ਹਾ ਨਾਲ ਜਿਹੜਾ ਹੈ ਆਪ ਰਿਜ਼ਾਈਨ ਦਿੱਤਾ ਹੈ, ਬੜੀ ਖੁਸ਼ ਉਸਲੂਬੀ ਨਾਲ, ਔਰ ਮੀਟਿੰਗ 'ਚ ਰਿਜ਼ਾਈਨ ਦਿੱਤਾ ਹੈ, ਔਰ ਉਹਦਾ ਰਿਜ਼ਾਈਨ ਜਿਹੜਾ ਹੈ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਵਾਈਸ ਚੇਅਰਮੈਨ ਨੇ ਉਹਨਾਂ ਨੇ ਕਬੂਲ ਕੀਤਾ ਹੈ, ਔਰ ਬਾਕੀ ਸਾਰੇ ਦੋਸਤਾਂ ਨੇ ਉਹਨਾਂ ਨੂੰ ਜਿਹੜਾ ਹੈ ਵੈਲਕਮ ਕੀਤਾ ਹੈ, ਔਰ ਨਵੇਂ ਚੇਅਰਮੈਨ ਨੇ ਕੰਮ भी शुरू कर देता है। मैं ਤੁਹਾਨੂੰ ਉਹਦਾ ਇੱਕ ਛੋਟਾ ਜਿਹਾ ਕਲਿੱਪ ਵਿਖਾਣਾ ਚਾਹਨਾ। इसमें कोई कहते हुए तकलीफ नहीं महसूस हो रही कि मैं बहैसियत चेयरमैन चाहता हूं कि किसी दूसरे दोस्त को मौका दिया जाए और मैं अपना जो है वो रिज़ाइन पेश करता हूं। लिहाजा मेरी गुजारिश है कि मेरे बाद मोस्ट सीनियर वाइस चेयरमैन साहब
سے گزارش ہے کہ میرے اس ریزائن کو تسلیم کیا جائے. شکریہ. جی تھینک یو ویری مچ اسٹیفن پیٹر آصف صاحب. بطور چیئرمین آپ نے ریسٹ کے لیے ٹائم مانگا اور آپ چاہتے ہیں کہ آپ نے کافی کام کیا, بے تحاشا محنت کی, اور اب آپ ریزگنیشن پیش کر رہے ہیں تاکہ کسی دوسرے ساتھی کو موقع ملے. پوری سپریم کونسل کے بہاف پہ بینگ اے سینئر وائس چیئرمین میں بشپ جانسن رابرٹ نواب آپ کا ریزائن ایکسیپٹ کرتا ہوں. تھینک یو اینڈ گاڈ بلیس یو. میں اپنے سینئر وائس چیئرمین جناب جانسن رابرٹ نواب صاحب کا نام بطور اگلے چیئرمین کے پیش کرتا ہوں. لیکن اگر اس بات سے اگر کوئی ڈس ایگری کرتے ہیں تو وہ پلیز ابھی پی سی سی آئی انٹرنیشنل کا ایز اے چیئرمین اوتھ لے لیا ہے. میں سب سے پہلے ان کو مبارکباد دیتا ہوں اور اس کے بعد شکریہ ادا کرتا ہوں جناب ایکس چیئرمین ہے جناب اسٹیفن آصف پیٹر صاحب کا, اور ساتھ ہی ساتھ میں دعوت دیتا ہوں جناب محترم ریسپیکٹڈ بشپ جانسن رابرٹ نواب صاحب کو اپنے خیالات کا جو ہے وہ اظہار کریں. سب سے پہلے تو مسیحیت میں آپ سب کو اسلام. بھائی اسٹیفن آصف صاحب کو میں ان کا شکریہ ادا کرتا ہوں. بینگ اے فاؤنڈر چیئرمین انہوں نے آج بڑی خندہ پیشانی سے اور بڑی جیسچر کو شو کرتے ہوئے انہوں نے ہماری اس ساری جتنی بھی ایکٹیویٹیز ہے اور جتنا بھی یہ ہماری میٹنگ ہے اس کو اپنی سرپرستی کا شرف بخشا. سو ہم ان کے شکر گزار ہیں. اور بینگ اے چیئرمین آف پی سی سی آئی انہوں نے اوتھ لیا کے لیے بھی ان کا شکر گزار ہوں. سو میں ان تمام ساتھیوں کا شکر گزار ہوں. جنرل سیکرٹری صاحب آپ کا, اسسٹنٹ چیئرمین صاحب کیسر سرویا صاحب, چودھری خالد صاحب آپ سب کا, میجر صاحب آپ کا, چونکہ آپ کنٹری ڈائریکٹر ہیں پاکستان میں. فرانس سے ہمارے ایمینول ناز صاحب جو ہمارے لیے وہ پیشنیٹ نوجوانوں کی طرح کام بھی کرتے ہیں. سو خداوند انہیں برکت دے. ہماری پیاری بہن سسٹر ایگنس, میں ان کا شکر گزار ہوں. پادری افضل یعقوب صاحب, میں آپ کا بہت شکر گزار ہوں. کنٹری ڈائریکٹر جسٹن صاحب, خداوند آپ کو برکت دے. بھائی جسٹن پرویز صاحب کو, اور دلاور صاحب, عامر جان, اور بھائی ہمارے میڈیا کے ڈائریکٹر ہیں سلیم بلوچ صاحب. سو خداوند آپ سب کو بڑی برکت دے. میں کوشش کروں گا کہ میں آپ کی امیدوں پہ پورا اتر سکوں. بہت شکریہ آپ سب کے اعتماد کا اور آپ سب کی محبتوں کا. میں یہ سمجھتا ہوں کہ تنظیمیں جو ہے وہ خداوند کی طرف سے شروع ہوتی ہیں. خداوند ان کو اپنی نگہبانی میں چلاتا ہے, اور جو جذبہ, جو خیال, جو پیشن, جو ویژن میرے بھائی اسٹیفن آصف پیٹر صاحب کا تھا اور انہوں نے اس کو پی سی سی آئی میں کنورٹ کیا, ہم اس بات کے لیے ان کے بڑے شکر گزار ہیں. ان کی رہنمائی میں گزشتہ سالوں میں پی سی سی آئی نے بہترین طریقے سے پاکستانی اپریس لوگوں کی خدمت کی, ان سے محبت کی, تنظیم سازی کی. جو کچھ ہم سے ہو سکا ہم نے بہترین طریقے سے اپنی اوقات سے باہر آ کر تو ان کے ساتھ مل کر پاکستانی کرسچن لوگوں کے لیے کام کیا. ہر چیز کا ایک وقت ہوتا ہے. خداوند کی طرف سے خوشی سے اپنے اختیارات کو نئے چیئرمین کے سپرد کیا اور خود اجازت مانگی ہے. میں ان کا شکر گزار ہوں. اس کے بعد میں اپنے محترم بشپ جانسن رابرٹ نواب صاحب کو مبارکباد پیش کرتا ہوں. ان کو پی سی سی آئی میں ویلکم کہتا ہوں. خداوند نے بشپ صاحب آپ کو ایک بڑا وسیع و عریض ذہن دیا ہے. آپ کو ایک بہت بڑا چرچ دیا ہے جس کو آپ لیڈ کرتے ہیں, اور آپ کے پاس بہترین ایڈمنسٹریٹو پاورز ہیں, اور آپ کو خداوند نے بہترین الفاظ سے نوازا ہے. بطور سینئر وائس پریزیڈنٹ اپنے فرائض منصبی کو نبھایا ہے, اور اسی لیے ہم پر امید ہیں. ویلکم بشپ صاحب ایز چیئرمین. آج کا دن ہمارے لیے بہت خوشی کا. سی سی آئی نے بہت بڑا مائلسٹون اچیو کیا اچھے طریقے سے. جو چیئرمین شپ کی ٹرانزیشن ہے جو کہ ہماری اس پی سی سی آئی کی ہسٹری میں ایک ریکارڈ کے طور پہ, پہلے تو اسٹیفن آصف پیٹر صاحب ان کو اپریشیٹ کرنا چاہتا اور ان کے اس تدبر کے لیے وہ یہ ڈریمز ویژن اور سارا کچھ لے کے چلے, اور وہ بہت ساری ستائش کے لائق ہے, اور ان کا نام ہمیشہ گولڈن ورڈز میں پی سی آئی کا. جناب جانسن رابرٹ صاحب کو, بشپ صاحب بھی مبارکباد دیتا ہوں کہ وہ نئے چیئرمین کے طور پہ آج, اور انہوں نے پی سی آئی کی کمان آج لی ہے. تو میں اس بات پہ بھی خوش ہوں کیونکہ جب ہم ایک ٹیم کے طور پہ چیزوں کو لے کے چلتے ہیں تو ٹوگیدر وی کین ڈو اٹ, نتھنگ امپاسبل. اپنی نیک تمناؤں کے ساتھ اور
दुआओं के साथ अपने एक्स चेयरमैन साहब को रुखसत करती हूँ। मैं खुशामदीद कहती हूँ अपने नए चेयरमैन साहब को, और मेरी दुआ है कि खुदावंद हर कदम पर इनकी रहनुमाई करे, अपने फैसले इनको दे ताकि ये वो फैसले पीसीसीआई के लिए इस्तेमाल करें और पीसीसीआई पूरी दुनिया के मसीहियों के लिए फ्रूटफुल साबित हो। मैं बिशप साहब नए चेयरमैन को दिली मुबारकबाद पेश करता हूं और उनके साथ मिलकर काम करेंगे। मैं सबसे पहले तो खुदा उनका शुक्रगुजार हूं कि उसने पीसीसीआई में ऐसे हीरे रखे हुए हैं, अपने लोगों की फिक्र करते हैं, और उन्होंने खुद को पेश किया है कि वो उस बेड़े को उठाएं और अपनी कौम की तरक्की के लिए वो हत्तावसल कोशिश करें। पीसीसीआई का आज तारीखी दिन है और पीसीसीआई जो है वो एक तारीख लिख रही है। पीसीसीआई मैं समझता हूँ कि कोई ऑर्गेनाइजेशन नहीं बल्कि ये एक मुस्बत सोच है अपनी कौम की तरक्की और कौम की बहाली के लिए। पीसीसीआई अब इतनी मिच्योर हो रही है कि वो अपनी जो अथॉरिटी ऑफ डेलीगेशन है वो आगे ट्रांसफर कर रही है, और जिसकी जिंदा मिसाल आज बिशप साहब की सूरत में हमारे सामने आई है। मैं शुक्रगुजार हूँ स्टीफन कैसर साहब का कि उन्होंने एक जो ख्वाब देखा और उस ख्वाब की ताबीर के हवाले से उन्होंने एक टीम तैयार की और उन्होंने ऐसी सीडिंग की कि आज उसकी कॉम्पलें जो है वो हमें नज़र आ रही हैं। मैं दिल और दिल की गहराइयों से बिशप साहब को वेलकम कहता हूँ। हमारी उम्मीद है कि वो खुदा ने उन्हें बहुत सारी खुदादाद सलाहियतों से माला माल किया हुआ है, और अंडर द लीडरशिप ऑफ बिशप साहब मैं समझता हूँ कि पीसीसीआई जो है वो अब एक नेक्स्ट लेवल पर हमें नज़र आएगी। हमसे पीसीसीआई की पहचान ना हो बल्कि पीसीसीआई हम सब की पहचान बन जाए। बहुत बहुत शुक्रिया। और मैं खुदावंद का भी शुक्रगुजार हूँ आज के सारे प्रोग्राम के लिए, और जो बहुत अच्छे तरीके से ये जो मुंतकली हुई आज चेयरमैन साहब की। मैं साहब का जो चेयरमैन है उनका भी शुक्रगुजार हूँ कि उन्होंने हमेशा बात को सुना, अहमियत दी, खुदा के दिल में डाला कि एक ऐसी तंजीम की बुनियाद रखें जो कि पाकिस्तान में हमारे जो पिसे हुए लोग हैं जिनकी कोई सुनता नहीं, हम उनकी आवाज बने। मेरी दुआ है दिली तौर पे कि खुदावंद हमारे बिशप साहब को पीसीसीआई के लिए बायस बरकत ठहराएं। मेरा तावन हर तरह से इनके साथ शामिल रहेगा। थैंक यू वेरी मच। स्टीफन साहब की जो सलाहियतें थी बहुत अच्छी तरह से उन्होंने इस्तेमाल किया और पीसीसीआई को काफी बढ़ोतरी बख्शी। एक जगह पर बहुत सारे साथियों को इकट्ठा करना वाकई बड़ा मुश्किल काम है, लेकिन उन्होंने बड़ी मेहनत की और हमें हमेशा याद रहेगा। और हमारा ईमान है कि खुदावंद की मदद और खुदावंद का फजल हमेशा हमारे साथ साथ है। मसीह यीशु में सबको सलाम। बिशप साहब बहुत बहुत मुबारक हो, और हम उम्मीद रखते हैं कि आप पीसीसीआई के लिए और पाकिस्तानी कौम के लिए आप अच्छे इकदाम करेंगे। हम आप पर ट्रस्ट करते हैं। खुदावंद ने आपको बहुत सारी ऐसी सलाहियत दी हैं, उन्होंने जहां तक चलाया बहुत अच्छा चलाया, और हम उम्मीद रखते हैं बिशप साहब के खुदा आपके साथ हो और फिर आप हमारे साथ हों और पूरी कौम के साथ हों। बड़ी खूबसूरती से जो नाम स्टीफन आसिफ साहब ने पेश किया था, जो खालिद साहब ने जिसको सेकंड किया है उसको एक्सेप्ट किया है, तो पूरी सुप्रीम काउंसिल के मेंबरान को इस बात की मैं मुबारकबाद देता हूं कि आज के बाद हमारे जो मोहतरम चेयरमैन पीसीसीआई यानी पाकिस्तान क्रिश्चियन कंसर्न इंटरनेशनल बतौर चेयरमैन मोहतरम बिशप जॉनसन रॉबर्ट नवाब साहब होंगे। थैंक यू सो मच। जी, आप सबका बहुत शुक्रिया कि आपने अपनी बेस्ट विशेस नए चेयरमैन के लिए और हमारे जो एक्स चेयरमैन हैं जनाब स्टीफन आसिफ पीटर साहब, उनकी खिदमत को सराहा। आज का जो हमारी मीटिंग थी वो ऑलमोस्ट अख्ताम को पहुंचती है। नाज़रीन, ਤੁਸੀਂ ਵੀਡੀਓ ਵੇਖ ਲਈ ਹੈ। ਇਹਦੇ 'ਚ ਤੁਸੀਂ ਦੇਖ ਰਹੇ ਹੋ ਕਿ ਜੋ ਹੋਇਆ ਉਹ ਤੁਸੀਂ ਵੇਖਿਆ ਹੈ। ਮੈਂ ਚਾਹੁੰਦਾ ਕਿ ਕਾਸ਼ ਸਾਰਿਆਂ ਦੇ ਵਿੱਚ ਐਡਾ ਵੱਡਾ ਦਿਲ ਹੋਵੇ ਜਿਹੜਾ ਸਟੀਫਨ ਆਸਿਫ ਦਾ ਹੈ। ਜਿਵੇਂ ਉਹਨਾਂ ਨੇ ਆਪ ਆਪਣਾ ਅਸਤੀਫਾ ਜਿਹੜਾ ਹੈ ਉਹ ਪੇਸ਼ ਕੀਤਾ ਹੈ, ਉਹਨਾਂ ਦੀ ਤਨਜ਼ੀਮ ਦੇ ਵਿੱਚ ਜਿਹੜੇ ਦੋਸਤ ਨੇ ਉਹ ਮਦਦਗਾਰ ਨੇ ਜਿਹੜੇ ਉਹਨਾਂ 'ਚੋਂ ਦੂਸਰੇ ਜਿਹੜੇ ਨੇ ਉਹ ਜ਼ਿਆਦਾ ਅੱਛਾ ਸਰਵ ਕਰ ਸਕਦੇ ਨੇ, ਤੇ ਉਹਨਾਂ ਨੇ ਰਿਜ਼ਾਈਨ ਕੀਤਾ ਔਰ ਰਿਜ਼ਾਈਨ ਕਰਨ ਦੇ ਬਾਅਦ ਵੀ ਉਹ ਬਤੌਰ ਮੈਂਬਰ ਉਹਦੇ 'ਚ ਕੰਮ ਕਰਨਗੇ ਔਰ ਕਰ ਰਹੇ ਨੇ, ਪੀਸੀਸੀਆਈ ਦੇ ਵਿੱਚ ਕੰਮ ਕਰ ਰਹੇ ਨੇ। ਮੇਰੀ ਉਹਨਾਂ ਦੇ ਲੋਕਾਂ ਨਾਲ ਗੱਲਬਾਤ ਹੋਈ, ਲੇਕਿਨ ਮੇਰੇ ਵਾਸਤੇ ਬੜੀ ਖਾਸ ਗੱਲ ਹੈ ਕਿਉਂਕਿ ਮੈਂ ਅੱਜ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਦਫਾ ਵੇਖ ਰਿਹਾ ਵਾਂ ਕਿ ਐਡੀ ਖੁਸ਼ ਉਸਲੂਬੀ ਨਾਲ ਔਰ ਐਡੇ ਪਿਆਰ ਨਾਲ ਔਰ ਐਡੇ ਮੁਹੱਬਤ ਨਾਲ ਔਰ ਐਡੇ ਬੁਰਦਬਾਰੀ ਨਾਲ ਔਰ ਐਡੀ ਸਮਝਦਾਰੀ ਦੇ ਨਾਲ ਜਿਹੜੀਆਂ ਤਨਜ਼ੀਮਾਂ ਨੇ ਉਹ ਚਲਾਈਆਂ ਜਾਂਦੀਆਂ ਨੇ।
ਪਾਕਿਸਤਾਨੀ ਕ੍ਰਿਸਚਨ ਕੰਸਰਨਸ ਇੰਟਰਨੈਸ਼ਨਲ ਨੂੰ ਮੈਂ ਮੁਬਾਰਕਬਾਦ ਵੀ ਪੇਸ਼ ਕਰਨਾ ਵਾ ਇਸ ਅੱਛੀ ਮਿਸਾਲ ਨੂੰ ਪੇਸ਼ ਕਰਨ ਤੇ, ਔਰ ਸਟੀਫਨ ਆਸਿਫ ਸਾਹਿਬ ਨੂੰ ਦਿਲੋਂ ਮੁਬਾਰਕਬਾਦ ਪੇਸ਼ ਕਰਨਾ ਵਾ ਔਰ ਉਹਨਾਂ ਦੀ ਤਾਰੀਫ ਵੀ ਕਰਨਾ ਵਾ ਔਰ ਉਹਨਾਂ ਨੂੰ ਸਲਾਮ ਪੇਸ਼ ਕਰਨਾ ਕਿ ਉਹਨਾਂ ਨੇ ਆਪਣੇ ਦੋਸਤਾਂ ਨੂੰ ਜਿਹੜਾ ਹੈ ਆਪਣੇ ਤੋਂ ਵੱਧ ਜਾਣ ਕੇ ਤੇ ਮੌਕਾ ਦਿੱਤਾ ਹੈ। ਖੁਦਾ ਕਰੇ ਕਿ ਸਾਨੂੰ ਇੰਨੀ ਸੂਝ-ਬੂਝ ਹੋਵੇ ਕਿ ਅਸੀਂ ਆਪਣੇ ਸਿਆਸੀ ਫੈਸਲੇ ਜਿਹੜੇ ਨੇ ਉਹ ਇਸ ਤਰ੍ਹਾਂ ਹੀ ਖੂਬਸੂਰਤੀ ਨਾਲ ਜਿਹੜਾ ਹੈ ਕਰੀਏ ਤਾਂ ਜੋ ਜਮਾਤਾਂ ਨਾ ਟੁੱਟਣ, ਬਲਕਿ ਇੱਕ ਜ਼ੋਰ ਇਕਜੁੱਟ ਹੋ ਕੇ ਤੇ ਅਸੀਂ ਆਪਣੇ ਹੱਕ ਜਿਹੜੇ ਨੇ ਉਹਨਾਂ ਨੂੰ ਲੈਣ ਵਾਸਤੇ ਜਿਹੜੀ ਆਪਣੀ ਸਾਡੀ ਲੜਾਈ ਹੈ ਉਹਨੂੰ ਲੜਦੇ ਰਹੀਏ। ਅੱਜ ਦੀ ਗੱਲ ਨੂੰ ਇੱਥੇ ਹੀ ਮੁਕਾਉਂਦੇ ਹਾਂ। ਰੱਬ ਰੱਖਾ।